प्यारे बच्चों, वेरी गुड आफ्टरनून। प्यारे बच्चों, तुसी हमेशा खुश रहो। प्यारे बच्चों, ਜਦੋਂ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ ਉਸ ਸਮੇਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ? ਪਤਾ ਹੈ ਤੁਹਾਨੂੰ ਬੱਚੋ? ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਹਨ। ਜਵਾਹਰ ਲਾਲ ਨਹਿਰੂ ਇੱਕ ਬੜੇ ਹੀ ਚੰਗੇ ਪ੍ਰਧਾਨ ਮੰਤਰੀ ਸਨ। ਉਹਨਾਂ ਨੇ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਗਰੀਬੀ ਨੂੰ ਖਤਮ ਕਰਨ ਦੇ ਬੜੇ ਯਤਨ ਕੀਤੇ। ਤੇ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਕੌਣ ਸਨ ਬੱਚੋ? ਸ਼੍ਰੀ ਲਾਲ ਬਹਾਦੁਰ ਸ਼ਾਸਤਰੀ। ਕੌਣ ਸਨ ਬੱਚੋ? ਸ਼੍ਰੀ ਲਾਲ ਬਹਾਦੁਰ ਸ਼ਾਸਤਰੀ। ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਸਨ। ਇਹਨਾਂ ਨੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਵਾਸੀਆਂ ਦੇ ਲਈ ਇੱਕ ਆਪਣੇ ਮਨ ਵਿੱਚ ਸਦਾ ਲਈ ਦੇਸ਼ ਵਾਸੀਆਂ ਦੇ ਲਈ ਇਹਨਾਂ ਨੇ ਇੰਨੇ ਕੰਮ ਕੀਤੇ ਕਿ ਇਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਅਮਰ ਹੋ ਗਿਆ। ਉਹਨਾਂ ਨੇ ਦੇਸ਼ ਨੂੰ ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਵੀ ਦਿੱਤਾ। ਬੱਚੋ, ਅੱਜ ਅਸੀਂ ਪਾਠ 18 ਪੜ੍ਹਾਂਗੇ, ਸ਼੍ਰੀ ਲਾਲ ਬਹਾਦੁਰ ਸ਼ਾਸਤਰੀ, ਜਿਹੜੇ ਕਿ ਸਾਡੇ ਆਜ਼ਾਦ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਸਨ। ਇਸ ਪਾਠ ਵਿੱਚ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਤੇ ਝਾਤ ਪਾਈ ਗਈ ਹੈ। ਇੱਕ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼ਾਸਤਰੀ ਜੀ ਨੇ ਦੇਸ਼ ਵਾਸੀਆਂ ਜੀ ਨੂੰ ਜੋ ਆਪਣੀ ਛਾਪ ਛੱਡੀ ਉਹ ਸਦਾ ਲਈ ਉਹਨਾਂ ਨੂੰ ਅਮਰ ਕਰ ਗਈ। ਉਹਨਾਂ ਨੇ ਦੇਸ਼ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਰਾ ਵੀ ਦਿੱਤਾ। ਅੱਜ ਬੱਚੋ ਅਸੀਂ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਪਰਿਚੈ ਨੂੰ ਪੜ੍ਹਦੇ ਹੋਏ ਉਹਨਾਂ ਬਾਰੇ ਜਾਣਾਂਗੇ। ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਦੇਹਾਂਤ ਹੋਇਆ, ਦੇਹਾਂਤ ਕੀ ਹੁੰਦਾ ਹੈ ਬੱਚੋ? ਮੌਤ ਹੋ ਜਾਣਾ। ਦੇਹਾਂਤ ਕੀ ਹੁੰਦਾ ਹੈ ਬੱਚੋ? ਮੌਤ ਹੋ ਜਾਣਾ। ਜਦੋਂ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦਾ ਦੇਹਾਂਤ ਹੋਇਆ ਤੇ ਤਾਂ ਸਭ ਪਾਸੇ ਹਾਹਾਕਾਰ ਮਚ ਗਈ। ਹਾਹਾਕਾਰ ਕੀ ਹੁੰਦੀ ਹੈ? ਸਾਰੇ ਲੋਕ ਇਹ ਸੋਚਣ ਲੱਗੇ ਕਿ ਹੁਣ ਭਾਰਤ ਦੇਸ਼ ਦਾ ਕੀ ਹੋਏਗਾ। ਸਾਰੇ ਪਾਸੇ ਹਾਹਾਕਾਰ ਮਚ ਗਈ, ਰੌਲਾ ਪੈ ਗਿਆ। ਸਭ ਦੀ ਜ਼ੁਬਾਨ 'ਤੇ ਇੱਕੋ ਸ਼ਬਦ ਸੀ ਕਿ ਹੁਣ ਦੇਸ਼ ਦੀ ਵਾਗਡੋਰ। ਵਾਗਡੋਰ ਕੀ ਹੁੰਦਾ ਬੱਚੋ? ਕਿ ਦੇਸ਼ ਨੂੰ ਹੁਣ ਕੌਣ ਸੰਭਾਲੇਗਾ। ਦੇਸ਼ ਦੀ ਜਿਹੜੀ ਕੰਮ ਕਰਨ ਦੀ ਵਾਗਡੋਰ ਜਿਹੜੀ ਰੂਪ ਰੇਖਾ ਹੈ ਉਸ ਨੂੰ ਕੌਣ ਵਾਗਡੋਰ ਕੀ ਹੁੰਦਾ ਬੱਚੋ? ਜ਼ਿੰਮੇਵਾਰੀ। ਕਿ ਹੁਣ ਦੇਸ਼ ਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ। ਕਿਹੜਾ ਨੇਤਾ ਅੱਗੇ ਆਵੇਗਾ ਜੋ ਪੰਡਤ ਜੀ ਵਾਂਗ ਦੇਸ਼ ਨੂੰ ਤਰੱਕੀ ਦੀ ਲੀਹਾਂ 'ਤੇ ਲਿਜਾ ਸਕੇਗਾ। ਉਸ ਵੇਲੇ ਇੱਕ ਛੋਟੇ ਜਿਹੇ ਕੱਦ ਵਾਲੇ ਇਨਸਾਨ ਲਾਲ ਬਹਾਦੁਰ ਸ਼ਾਸਤਰੀ ਜੀ ਅੱਗੇ ਆਏ ਅਤੇ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲਈ। ਭਾਵੇਂ ਆਪ 1.5 ਕੁ ਸਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਰਹੇ, ਪਰ ਇਸ ਥੋੜ੍ਹੇ ਜਿਹੇ ਸਮੇਂ ਵਿੱਚ ਜੋ ਉਹ ਆਪਣੀ ਛਾਪ ਛੱਡ ਗਏ ਉਹ ਕਦੇ ਨਾ ਭੁੱਲਣ ਯੋਗ ਹੈ। ਇਸ ਕਰਕੇ ਭਾਰਤ ਦੇ ਇਤਿਹਾਸ ਵਿੱਚ ਸ਼ਾਸਤਰੀ ਜੀ ਦਾ ਨਾਂ ਬੜੇ ਮਾਣ ਅਤੇ ਸਤਿਕਾਰ ਨਾਲ ਲਿੱਤਾ ਜਾਂਦਾ ਹੈ। ਸ਼ਾਸਤਰੀ ਜੀ ਦਾ ਨਾਂ ਬੜੇ ਮਾਣ ਅਤੇ ਸਤਿਕਾਰ ਨਾਲ ਲਿੱਤਾ ਜਾਂਦਾ ਹੈ। ਬੱਚੋ, ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਗਈ ਤਾਂ ਚਾਰੇ ਪਾਸੇ ਹਾਹਾਕਾਰ ਪੈ ਗਿਆ। ਹਾਹਾਕਾਰ ਕੀ ਹੁੰਦੀ? ਰੌਲਾ ਪੈ ਗਿਆ ਕਿ ਹੁਣ ਭਾਰਤ ਦੇਸ਼ ਦੀ ਜ਼ਿੰਮੇਵਾਰੀ, ਵਾਗਡੋਰ ਕੀ ਹੁੰਦੀ ਹੈ? ਜ਼ਿੰਮੇਵਾਰੀ ਕੌਣ ਸੰਭਾਲੇਗਾ। ਕਿਹੜਾ ਨੇਤਾ ਅੱਗੇ ਆਏਗਾ ਤੇ ਦੇਸ਼ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਵਾਂਗ ਤਰੱਕੀ ਦੇ ਲੀਹਾਂ 'ਤੇ ਲੈ ਜਾਏਗਾ। ਉਸ ਵੇਲੇ ਇੱਕ ਛੋਟੇ ਜਿਹੇ ਕੱਦ ਵਾਲਾ ਇਨਸਾਨ ਲਾਲ ਬਹਾਦੁਰ ਸ਼ਾਸਤਰੀ ਅੱਗੇ ਆਏ ਤੇ ਉਹਨਾਂ ਨੇ ਭਾਰਤ ਦੇਸ਼ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ। ਭਾਵੇਂ ਆਪ ਥੋੜ੍ਹਾ ਕੁ ਸਮਾਂ 1.5 ਕੁ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ, ਪਰ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਜੋ ਆਪ ਨੇ ਛਾਪ ਛੱਡੀ ਉਹ ਕਦੇ ਨਾ ਭੁੱਲਣ ਯੋਗ ਹੈ। ਇਸ ਕਰਕੇ ਭਾਰਤ ਦੇ ਇਤਿਹਾਸ ਵਿੱਚ ਸ਼ਾਸਤਰੀ ਦਾ ਨਾਂ ਬੜੇ ਮਾਣ ਅਤੇ ਸਤਿਕਾਰ ਨਾਲ
लिया जाता है। ये बच्चों चित्र किसका है? लाल बहादुर शास्त्री का। किसका चित्र है बच्चों? लाल बहादुर शास्त्री का। शास्त्री जी का जन्म 2 अक्तूबर 1904 ਈਸਵੀ ਨੂੰ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਰਾਮਨਗਰ ਵਿਖੇ ਇੱਕ ਬਹੁਤ ਹੀ ਸਧਾਰਨ ਜਿਹੇ ਪਰਿਵਾਰ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਸ਼ਰਦਾ ਪ੍ਰਸਾਦ ਸੀ, ਜੋ ਇੱਕ ਸਕੂਲ ਅਧਿਆਪਕ ਸਨ। ਸ਼ਾਸਤਰੀ ਜੀ ਦੀ ਮਾਤਾ ਇੱਕ ਬਹੁਤ ਸਰਲ ਸੁਭਾਅ ਦੀ ਔਰਤ ਸੀ। ਬੱਚੋ, ਸ਼ਾਸਤਰੀ ਜੀ ਦਾ ਜਨਮ 2 ਅਕਤੂਬਰ 1904 ਈਸਵੀ ਨੂੰ ਉੱਤਰ ਪ੍ਰਦੇਸ਼ ਦੇ ਇੱਕ ਪਿੰਡ, ਉੱਤਰ ਪ੍ਰਦੇਸ਼ ਦਾ ਕਿਹੜਾ ਪਿੰਡ ਹੈ? ਰਾਮਨਗਰ ਵਿਖੇ ਹੋਇਆ। ਇੱਕ ਸਧਾਰਨ ਜਿਹੇ ਪਰਿਵਾਰ ਵਿੱਚ ਹੋਇਆ। ਇਹਨਾਂ ਦਾ ਪਿਤਾ ਦਾ ਨਾਮ ਸ਼ਾਰਦਾ ਪ੍ਰਸਾਦ, ਇਹਨਾਂ ਦੇ ਪਿਤਾ ਦਾ ਨਾਮ ਸ਼ਾਰਦਾ ਪ੍ਰਸਾਦ ਸੀ, ਜੋ ਇੱਕ ਸਕੂਲ ਵਿੱਚ ਅਧਿਆਪਕ ਸਨ। ਸ਼ਾਸਤਰੀ ਜੀ ਮਾਤਾ ਬੜੀ ਸਰਲ ਸੁਭਾਅ ਦੀ ਔਰਤ ਸੀ। ਸ਼ਾਸਤਰੀ ਜੀ ਦਾ ਜਨਮ ਦਾ ਨਾਂ ਨੰਨਾ ਸੀ। ਬਚਪਨ ਵਿੱਚ ਹੀ ਇਹਨਾਂ ਉੱਤੇ ਦੁੱਖਾਂ ਦੇ ਪਹਾੜ ਟੁੱਟ ਪਏ। ਹਾਲੇ ਇਹ 1.5 ਸਾਲ ਦੇ ਸੀ ਕਿ ਇਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਦੀ ਮਾਤਾ ਇਸ ਨੂੰ ਲੈ ਕੇ ਆਪਣੇ ਪਿਤਾ ਦੇ ਘਰ ਚਲੀ ਗਈ। ਇਸ ਦੇ ਨਾਨਾ ਇਸ ਨਾਲ ਬਹੁਤ ਪਿਆਰ ਕਰਦੇ ਸਨ, ਪਰ ਉਹਨਾਂ ਦਾ ਸਾਇਆ ਵੀ ਜ਼ਿਆਦਾ ਦੇਰ ਸਿਰ 'ਤੇ ਨਾ ਰਿਹਾ। ਬੱਚੋ, ਸ਼ਾਸਤਰੀ ਜੀ ਦਾ ਬਚਪਨ ਦਾ ਨਾਮ ਨੰਨਾ ਸੀ। ਜਿਵੇਂ ਪਿਆਰ ਦੇ ਨਾਲ ਬੱਚਿਆਂ ਦਾ ਨਾਂ ਘਰ ਵਿੱਚ ਰੱਖ ਲਿੱਤਾ ਜਾਂਦਾ ਹੈ, ਉਸੇ ਤਰ੍ਹਾਂ ਲਾਲ ਬਹਾਦੁਰ ਸ਼ਾਸਤਰੀ ਜੀ ਵੀ ਪਿਆਰ ਦੇ ਨਾਲ ਨੰਨਾ ਆਖਦੇ ਸਨ। ਬਚਪਨ ਵਿੱਚ ਇਹਨਾਂ ਉੱਤੇ ਦੁੱਖਾਂ ਦੇ ਪਹਾੜ, ਬੜੀ ਮੁਸੀਬਤਾਂ ਸ਼ੁਰੂ ਹੋ ਗਈਆਂ। ਹਜੇ ਇਹ ਕੇਵਲ 1.5 ਸਾਲਾਂ ਦੇ ਸੀ ਕਿ ਇਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ, ਇਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ। ਤੇ ਇਸ ਦੀ ਮਾਤਾ ਜੀ ਇਸ ਨੂੰ ਲੈ ਕੇ ਆਪਣੇ ਪਿਤਾ ਦੇ ਘਰ ਚਲੀ ਆਈ। ਇਸ ਦੇ ਨਾਨਾ ਜੀ ਇਸ ਨੂੰ ਬਹੁਤ ਪਿਆਰ ਕਰਦੇ ਸਨ, ਪਰ ਉਹਨਾਂ ਦਾ ਸਾਇਆ, ਪਰ ਉਹਨਾਂ ਦਾ ਆਸਰਾ ਵੀ ਥੋੜ੍ਹੇ ਸਮੇਂ ਹੀ ਰਿਹਾ ਤੇ ਉਹਨਾਂ ਦੇ ਵੀ ਥੋੜ੍ਹੇ ਦਿਨਾਂ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਨਾਨਾ ਜੀ ਦੀ ਮੌਤ ਤੋਂ ਬਾਅਦ ਸ਼ਾਸਤਰੀ ਜੀ ਦਾ ਬਚਪਨ ਡਾਵਾਡੋਲ ਜਿਹਾ ਹੋਣ ਲੱਗਾ। ਇਸ ਦੀ ਮਾਂ ਨੇ ਇਹ ਚਿੰਤਾ ਸੀ ਕਿ ਇਸ ਦੀ ਪੜ੍ਹਾਈ ਜਾਰੀ ਰੱਖੇ ਜਾਂ ਇਸ ਨੂੰ ਕਿਸੇ ਕੰਮ ਧੰਦੇ ਵਿੱਚ ਪਾਵੇ। ਕਾਫੀ ਸੋਚ ਵਿਚਾਰ ਪਿੱਛੇ ਮਾਤਾ ਜੀ ਨੇ ਇਸ ਨੂੰ ਇਸ ਦੇ ਮਾਮੇ ਕੋਲ ਬਨਾਰਸ ਭੇਜ ਦਿੱਤਾ। ਇੱਥੇ ਹੀ ਇਸਨੇ ਸੁੱਖ ਨਹੀਂ ਮਿਲਿਆ। ਇਸ ਨੂੰ ਆਪਣੀ ਮਾਮੀ ਨਾਲ ਘਰ ਦੇ ਸਾਰੇ ਕੰਮ ਕਰਵਾਉਣੇ ਪੈਂਦੇ ਸਨ, ਪਰੰਤੂ ਇੱਥੇ ਰਹਿੰਦਿਆਂ ਇਸਨੇ ਹਾਰ ਨਹੀਂ ਮੰਨੀ। ਇਹ ਮਨ ਲਗਾ ਕੇ ਖੂਬ ਪੜ੍ਹਾਈ ਵੀ ਕਰਦਾ ਤੇ ਘਰ ਦੇ ਕੰਮਾਂ ਵਿੱਚ ਵੀ ਸਾਰੇ ਕੰਮ ਕਰਵਾਉਂਦਾ। ਜਦੋਂ ਬੱਚੋ ਇਹਨਾਂ ਦੇ ਨਾਨਾ ਦੀ ਮੌਤ ਹੋ ਗਈ ਤੇ ਇਸ ਦੀ ਮਾਤਾ ਨੂੰ ਬੜਾ ਦੁੱਖ ਹੋ ਰਿਹਾ ਸੀ ਕਿ ਬਸ ਨਾਨਾ ਜੀ ਦੀ ਮੌਤ ਤੋਂ ਬਾਅਦ ਸ਼ਾਸਤਰੀ ਦਾ ਜਿਹੜਾ ਬਚਪਨ ਸੀ ਉਹ ਡਾਵਾਡੋਲ ਹੋ ਗਿਆ। ਹੁਣ ਇਸ ਦੀ ਮਾਤਾ ਸੋਚ ਰਹੀ ਸੀ ਕਿ ਇਸ ਦੀ ਪੜ੍ਹਾਈ ਕਰਾਈ ਜਾਏ ਜਾਂ ਇਸ ਨੂੰ ਕੋਈ ਕੰਮ ਧੰਦੇ ਲਾਇਆ ਜਾਏ, ਪਰ ਇਸ ਦੀ ਮਾਤਾ ਨੇ ਬੜੇ ਸੋਚ ਵਿਚਾਰ ਤੋਂ ਬਾਅਦ ਇਸ ਨੂੰ ਇਸ ਦੇ ਮਾਮੇ ਕੋਲ ਬਨਾਰਸ ਭੇਜ ਦਿੱਤਾ। ਪਰ ਇੱਥੇ ਵੀ ਆ ਕੇ ਇਸ ਨੂੰ ਕੋਈ ਵੀ ਸੁੱਖ ਪ੍ਰਾਪਤ ਨਹੀਂ ਹੋਇਆ। ਇਸ ਦੀ ਮਾਮੀ ਇਸ ਕੋਲ ਸਾਰੇ ਘਰ ਦੇ ਕੰਮ ਕਰਵਾਉਂਦੀ, ਪਰੰਤੂ ਇੱਥੇ ਰਹਿੰਦਿਆਂ ਇਸਨੇ ਹਾਰ ਨਹੀਂ ਮੰਨੀ। ਇਹ ਮਨ ਲਗਾ ਕੇ ਪੜ੍ਹਾਈ ਵੀ ਕਰਦੇ ਅਤੇ ਘਰ ਦੇ ਕੰਮ ਵੀ ਕਰਵਾਉਂਦੇ। ਸ਼ਾਸਤਰੀ ਜੀ ਦੇ ਬਚਪਨ ਨਾਲ ਇੱਕ ਹੋਰ ਘਟਨਾ ਜੁੜੀ ਹੋਈ ਹੈ। ਇੱਕ ਵਾਰ ਅਧਿਆਪਕ ਨੇ ਸਾਰੇ ਬੱਚਿਆਂ ਨੂੰ ਰੈਪਿਡ ਰੀਡਰ ਦੇ ਨਾਂ ਕਿਤਾਬ ਲੈ ਕੇ ਆਉਣ ਲਈ ਕਿਹਾ। ਇੱਕ ਵਾਰੀ ਕੀ ਹੋਇਆ, ਅਧਿਆਪਕ ਨੇ ਸਾਰੇ ਬੱਚਿਆਂ ਨੂੰ ਰੈਪਿਡ ਰੀਡਰ ਨਾਂ ਦੀ ਕਿਤਾਬ ਲੈ ਕੇ ਆਉਣ ਲਈ ਕਿਹਾ। ਸ਼ਾਸਤਰੀ ਜੀ ਕੋਲ ਇੰਨੇ ਪੈਸੇ ਨਹੀਂ ਸਨ ਜੋ ਉਹ ਕਿਤਾਬ ਖਰੀਦ ਸਕਦੇ। ਉਹਨਾਂ ਨੇ ਆਪਣੇ ਇੱਕ ਜਮਾਤੀ ਨੂੰ ਕਿਹਾ, ਦੋਸਤ ਮੇਰੀ ਕੁਝ ਮਦਦ ਕਰੋ, ਮੈਂ ਰੈਪਿਡ ਰੀਡਰ ਨਹੀਂ ਖਰੀਦ ਸਕਦਾ, ਮੈਨੂੰ ਅੱਜ ਦੀ ਰਾਤ ਆਪਣੀ ਰੈਪਿਡ ਰੀਡਰ ਦੇ ਦਿਓ ਤੇ ਜੋ ਕਿ ਮੈਂ ਇਸ ਨੂੰ ਰਾਤੋਂ ਰਾਤ ਆਪਣੀ ਕਾਪੀ 'ਤੇ ਉਤਾਰ ਸਕਾਂ। ਦੋਸਤ ਨੇ ਆਪ ਨੂੰ ਕਿਤਾਬ ਦੇ ਦਿੱਤੀ। ਆਪ ਘਰ ਆਏ ਤਾਂ ਲਾਲਟੈਨ ਵਿੱਚ ਤੇਲ ਨਹੀਂ ਸੀ ਜਿਸ ਦੀ ਰੋਸ਼ਨੀ ਵਿੱਚ ਉਹ ਨਕਲ ਕਰ ਸਕਦੇ। ਆਪ ਨੇ ਪੱਕਾ ਇਰਾਦਾ ਕੀਤਾ ਤੇ ਇਹ ਕੰਮ ਹਰ ਹਾਲ ਵਿੱਚ ਕਰਨਾ ਹੈ।
ਆਪ ਸਟਰੀਟ ਲਾਈਟ ਹੇਠਾਂ ਆ ਗਏ ਤੇ ਸਾਰੀ ਰਾਤ ਬੈਠ ਕੇ ਕਿਤਾਬ ਦੀ ਨਕਲ ਉਤਾਰਦੇ ਰਹੇ। ਅਗਲੇ ਦਿਨ ਅਧਿਆਪਕ ਨੇ ਸਭ ਨੂੰ ਰੈਪਿਡ ਰੀਡਰ ਦਿਖਾਉਣ ਲਈ ਕਿਹਾ ਤੇ ਆਪ ਨੇ ਉਹ ਕਾਪੀ ਅਧਿਆਪਕ ਨੂੰ ਅੱਗੇ ਰੱਖ ਦਿੱਤੀ। ਅਧਿਆਪਕ ਨੇ ਬਿਨਾਂ ਕੁਝ ਜਾਣੇ ਆਪ ਨੂੰ ਜਮਾਤ ਵਿੱਚੋਂ ਬਾਹਰ ਨਿਕਲ ਜਾਣ ਲਈ ਕਿਹਾ, ਪਰੰਤੂ ਜਦੋਂ ਅਧਿਆਪਕ ਨੂੰ ਆਪ ਦੇ ਦੋਸਤ ਕੋਲੋਂ ਅਸਲੀਅਤ ਦਾ ਪਤਾ ਲੱਗਾ ਤਾਂ ਉਹ ਸ਼ਰਮਿੰਦੇ ਹੋਏ ਤੇ ਆਪ ਦੇ ਸਿਰ ਤੇ ਹੱਥ ਰੱਖ ਕੇ ਬੋਲੇ, ਬੇਟਾ ਮੈਨੂੰ ਤੇਰੇ ਤੇ ਮਾਣ ਹੈ। ਬੱਚੋ, ਸ਼ਾਸਤਰੀ ਜੀ ਦੀ ਬਚਪਨ ਦੀ ਇੱਕ ਹੋਰ ਘਟਨਾ ਹੈ। ਇੱਕ ਵਾਰ ਅਧਿਆਪਕ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਕੱਲ ਰੈਪਿਡ ਰੀਡਰ ਨਾਂ ਦੀ ਕਿਤਾਬ ਲੈ ਕੇ ਆਣੀ ਹੈ। ਸ਼ਾਸਤਰੀ ਜੀ ਕੋਲ ਬੱਚੋ ਐਨੇ ਪੈਸੇ ਨਹੀਂ ਸੀ ਕਿ ਉਹ ਇਹ ਕਿਤਾਬ ਖਰੀਦ ਸਕੇ। ਉਸਨੇ ਆਪਣੇ ਇੱਕ ਜਮਾਤੀ ਨੂੰ ਕਿਹਾ ਕਿ ਦੋਸਤ ਤੂੰ ਮੇਰੀ ਕੁਝ ਮਦਦ ਕਰ ਕਿ ਮੈਂ ਰੈਪਿਡ ਰੀਡਰ ਕਿਤਾਬ ਨਹੀਂ ਖਰੀਦ ਸਕਦਾ। ਮੈਨੂੰ ਅੱਜ ਦੀ ਰਾਤ ਆਪਣੀ ਰੈਪਿਡ ਰੀਡਰ ਕਿਤਾਬ ਦੇ ਦੇ ਤਾਂ ਕਿ ਮੈਂ ਉਸਨੂੰ ਸਾਰੀ ਰਾਤ ਆਪਣੀ ਕਾਪੀ 'ਤੇ ਉਤਾਰ ਸਕਾਂ। ਉਸ ਦੇ ਦੋਸਤ ਨੇ ਉਸਨੂੰ ਕਿਤਾਬ ਦੇ ਦਿੱਤੀ। ਆਪ ਘਰ ਆਏ ਤੇ ਲਾਲਟੇਨ ਵਿੱਚ ਵੀ ਤੇਲ ਨਹੀਂ ਸੀ ਜਿਸ ਦੀ ਰੋਸ਼ਨੀ ਵਿੱਚ ਉਹ ਨਕਲ ਕਰ ਸਕੇ, ਪਰ ਆਪ ਨੇ ਹਾਰ ਨਹੀਂ ਮੰਨੀ। ਪੱਕਾ ਇਰਾਦਾ ਕੀਤਾ ਤੇ ਆਪ ਸਟਰੀਟ ਲਾਈਟ ਹੇਠਾਂ ਆ ਕੇ ਸਾਰੀ ਰਾਤ ਬੈਠ ਕੇ ਨਕਲ ਉਤਾਰਦੇ ਰਹੇ। ਅਗਲੇ ਦਿਨ ਸਵੇਰੇ ਜਦੋਂ ਅਧਿਆਪਕ ਨੇ ਸਭ ਦੀ ਰੈਪਿਡ ਰੀਡਰ ਕਿਤਾਬ ਨੂੰ ਵਿਖਾਉਣ ਲਈ ਕਿਹਾ ਤੇ ਆਪ ਨੂੰ ਉਹ ਕਾਪੀ ਅਧਿਆਪਕ ਦੇ ਅੱਗੇ ਰੱਖ ਦਿੱਤੀ। ਅਧਿਆਪਕ ਨੇ ਬਿਨਾਂ ਕੁਝ ਜਾਣੇ ਸ਼ਾਸਤਰੀ ਜੀ ਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ, ਪਰੰਤੂ ਜਦੋਂ ਅਧਿਆਪਕ ਨੂੰ ਉਸਦੇ ਦੋਸਤ ਕੋਲ ਸਾਰੀ ਅਸਲੀਅਤ ਦਾ ਪਤਾ ਲੱਗਾ ਤੇ ਉਹ ਬੜੇ ਸ਼ਰਮਿੰਦੇ ਹੋਏ ਤੇ ਉਹਨਾਂ ਨੇ ਆਪ ਜੀ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਬੱਚੇ ਮੈਨੂੰ ਤੇਰੇ ਤੇ ਮਾਣ ਹੈ। ਦੇਖੋ ਬੱਚੋ, ਸ਼ਾਸਤਰੀ ਜੀ ਨੇ ਇੱਕ ਰਾਤ ਘਰ ਵਿੱਚ ਲਾਲਟੈਨ ਦੀ ਰੋਸ਼ਨੀ ਵੀ ਨਹੀਂ ਹੈ, ਸਟਰੀਟ ਲਾਈਟ ਗਲੀ ਦੇ ਵਿੱਚ ਬੈਠ ਕੇ ਉਸ ਪੂਰੀ ਕਿਤਾਬ ਦੀ ਨਕਲ ਸਾਰੀ ਰਾਤ ਕੀਤੀ ਤੇ ਉਸ ਕਿਤਾਬ ਨੂੰ ਉਤਾਰਿਆ। ਦੇਖੋ ਉਹਨਾਂ ਵਿੱਚ ਪੜ੍ਹਨ ਦਾ ਕਿੰਨਾ ਜਜ਼ਬਾ ਸੀ, ਕਿੰਨੇ ਉਹ ਮਿਹਨਤੀ ਸਨ, ਕਿੰਨੇ ਉਹਨਾਂ ਦੇ ਪੱਕੇ ਇਰਾਦੇ ਸਨ। ਇਹ ਸ਼ਾਸਤਰੀ ਜੀ ਦੇ ਗੁਣ ਹਨ ਬੱਚੋ। ਜਦੋਂ ਸ਼ਾਸਤਰੀ ਜੀ ਨੂੰ ਹੋਸ਼ ਸੰਭਾਲੀ, ਆਪ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਪਏ। ਜਦੋਂ ਸ਼ਾਸਤਰੀ ਜੀ ਨੇ ਹੋਸ਼ ਸੰਭਾਲੇ, ਥੋੜ੍ਹਾ ਵੱਡੇ ਹੋਏ, ਜਦੋਂ ਇਹਨਾਂ ਨੂੰ ਸਮਝ ਆਈ ਤੇ ਆਪ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਜੁਟ ਗਏ। ਉਸ ਸਮੇਂ ਗਾਂਧੀ ਜੀ ਵੱਲੋਂ ਅਸਹਿਯੋਗ ਅੰਦੋਲਨ ਚਲਾਇਆ ਜਾ ਰਿਹਾ ਸੀ। ਆਪ ਗਾਂਧੀ ਜੀ ਨਾਲ ਮਿਲ ਕੇ ਉਸ ਅੰਦੋਲਨ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲੱਗੇ। ਅੰਤ ਆਪ ਸਭ ਦੇਸ਼ ਭਗਤਾਂ ਦੀ ਮਿਹਨਤ ਰੰਗ ਲਿਆਈ ਤੇ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ। ਜਦੋਂ ਸ਼ਾਸਤਰੀ ਜੀ ਥੋੜ੍ਹੇ ਵੱਡੇ ਹੋਏ, ਇਹਨਾਂ ਨੂੰ ਸਮਝ ਆਈ ਤੇ ਆਪਣੇ ਇਹ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਵਿੱਚ ਜੁਟ ਪਏ। ਉਸ ਸਮੇਂ ਗਾਂਧੀ ਜੀ ਵੱਲੋਂ ਮਹਾਤਮਾ ਗਾਂਧੀ, ਜਿਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਿਤਾ ਵੀ ਕਿਹਾ ਜਾਂਦਾ ਹੈ, ਉਹਨਾਂ ਨੇ ਅਸਹਿਯੋਗ ਅੰਦੋਲਨ ਚਲਾਇਆ ਹੋਇਆ ਸੀ। ਅਸਹਿਯੋਗ ਅੰਦੋਲਨ ਕੀ ਸੀ ਕਿ ਅਸੀਂ ਅੰਗਰੇਜ਼ਾਂ ਦਾ ਸਹਿਯੋਗ ਨਹੀਂ ਕਰਾਂਗੇ। ਆਪ ਗਾਂਧੀ ਜੀ ਨਾਲ ਮਿਲ ਕੇ ਉਸ ਅੰਦੋਲਨ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲੱਗੇ। ਅੰਤ ਆਪ ਸਭ ਦੇਸ਼ ਭਗਤਾਂ ਦੀ ਮਿਹਨਤ ਰੰਗ ਲਿਆਈ ਤੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਆਪ ਪੰਡਿਤ ਨਹਿਰੂ ਜੀ ਦੇ ਮੰਤਰੀ ਮੰਡਲ ਵਿੱਚ ਮੰਤਰੀ ਬਣੇ। ਜਦੋਂ ਪੰਡਿਤ ਜੀ ਸਵਰਗਵਾਸ ਹੋਏ ਤੇ ਆਪ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਬਣੇ। ਆਪ ਨੇ ਦੇਸ਼ ਨੂੰ ਤਰੱਕੀ ਤੇ ਲਿਜਾਣ ਲਈ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ। ਇਸ ਨੂੰ ਸੱਚ ਕਰ ਦਿਖਾਇਆ। ਦੇਸ਼ ਵਿੱਚ ਅੰਨ ਦਾ ਸੰਕਟ ਦੂਰ ਕੀਤਾ। 1965 ਵਿੱਚ ਪਾਕਿਸਤਾਨ ਨੇ ਦੇਸ਼ 'ਤੇ ਹਮਲਾ ਕਰ ਦਿੱਤਾ। ਆਪ ਨੇ ਦੇਸ਼ ਦੇ ਜਵਾਨਾਂ ਨੂੰ ਵੰਗਾਰਿਆ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਆਪ 11 ਜਨਵਰੀ 1966 ਈਸਵੀ ਨੂੰ ਸਵਰਗ ਸਿਧਾਰ ਗਏ ਤੇ ਅੱਜ ਵੀ ਦੇਸ਼ ਵਾਸੀਆਂ ਦੀ
ਆਪ ਦੀ ਇਮਾਨਦਾਰੀ, ਮਿਹਨਤ ਤੇ ਲਗਨ ਦੀਆਂ ਸੌਹਾਂ ਖਾਂਦੇ ਨੇ। ਜਦੋਂ ਭਾਰਤ ਦੇਸ਼ ਆਜ਼ਾਦ ਹੋ ਗਿਆ ਤੇ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਤੇ ਆਪ ਨਹਿਰੂ ਮੰਡਲ ਦੇ ਮੰਤਰੀ ਬਣੇ। ਜਦੋਂ ਪੰਡਤ ਜੀ ਦਾ ਸਵਰਗਵਾਸ ਹੋ ਗਿਆ ਤੇ ਆਪ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਬਣੇ। ਆਪ ਨੇ ਦੇਸ਼ ਨੂੰ ਤਰੱਕੀ ਦੇ ਲਿਜਾਣ ਲਈ ਜੈ ਜਵਾਨ ਜਿਹੜੀ ਦੇਸ਼ ਦੇ ਸੀਮਾ ਤੇ ਦੇਸ਼ ਦੀ ਰੱਖਿਆ ਕਰ ਰਹੇ, ਜੈ ਕਿਸਾਨ ਜਿਹੜਾ ਸਾਰਾ ਅੰਨ ਪੈਦਾ ਕਰਕੇ ਸਾਰੇ ਸੰਸਾਰ ਦੀ ਭੁੱਖ ਮਿਟਾਉਂਦਾ ਹੈ, ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ। ਇਸ ਨੂੰ ਸੱਚ ਵਿਖਾਇਆ। ਦੇਸ਼ ਵਿੱਚ ਅੰਨ ਦਾ ਸੰਕਟ ਦੂਰ ਕੀਤਾ। 1965 ਈਸਵੀ ਵਿੱਚ ਜਦੋਂ ਪਾਕਿਸਤਾਨ ਨੇ ਭਾਰਤ ਦੇਸ਼ ਦੇ ਉੱਤੇ ਹਮਲਾ ਕਰ ਦਿੱਤਾ ਤੇ ਆਪ ਨੇ ਦੇਸ਼ ਦੇ ਜਵਾਨਾਂ ਨੂੰ ਵੰਗਾਰਿਆ ਤੇ ਪਾਕਿਸਤਾਨ ਨੂੰ ਮੂੰਹ ਤੋੜ ਤੇ ਪਾਕਿਸਤਾਨ ਦੇ ਸਿਪਾਹੀਆਂ ਨੂੰ ਹਰਾ ਕੇ ਮੂੰਹ ਤੋੜ ਜਵਾਬ ਦਿੱਤਾ। ਅੰਤ ਆਪ 11 ਜਨਵਰੀ 1966 ਈਸਵੀ ਨੂੰ ਸਵਰਗ ਸਿਧਾਰ ਗਏ ਤੇ ਅੱਜ ਵੀ ਦੇਸ਼ਵਾਸੀ ਆਪ ਦੀ ਇਮਾਨਦਾਰੀ, ਮਿਹਨਤ ਤੇ ਲਗਨ ਦੀਆਂ ਸੌਹਾਂ ਖਾਂਦੇ ਹਨ। ਇਹ ਸੀ ਬੱਚੋ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ, ਜਿਹੜੇ ਕਿ ਭਾਰਤ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਸਨ। ਇਹਨਾਂ ਦਾ ਜਨਮ 2 ਅਕਤੂਬਰ 1904 ਈਸਵੀ ਨੂੰ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਰਾਮਨਗਰ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਮ ਸ਼ਾਰਦਾ ਪ੍ਰਸਾਦ ਅਤੇ ਮਾਤਾ ਇੱਕ ਸਰਲ ਸੁਭਾਅ ਦੀ ਸੀ। ਬਚਪਨ ਦਾ ਇਹਨਾਂ ਦਾ ਨਾਮ ਨੰਨਾ ਸੀ। ਬਚਪਨ ਵਿੱਚ ਹੀ ਇਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਇਸ ਦੀ ਮਾਤਾ ਇਹਨਾਂ ਨੂੰ ਲੈ ਕੇ ਨਾਨਾ ਦੇ ਘਰ ਆ ਗਈ। ਨਾਨਾ ਦੇ ਘਰ ਆਉਣ ਤੋਂ ਬਾਅਦ ਵੀ ਇਸ ਦੇ ਨਾਨਾ ਇਹਨਾਂ ਨੂੰ ਬਹੁਤ ਪਿਆਰ ਕਰਦੇ, ਪਰ ਕੁਝ ਸਮਾਂ ਨਾਨਾ ਦੀ ਵੀ ਮੌਤ ਹੋ ਗਈ ਤੇ ਇਹਨਾਂ ਦਾ ਜੀਵਨ ਸੰਕਟਮਈ ਹੋ ਗਿਆ। ਪਰ ਇਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਇਹਨਾਂ ਦੀ ਮਾਤਾ ਜੀ ਨੇ ਇਹਨਾਂ ਨੂੰ ਆਪਣੇ ਮਾਮਾ ਕੋਲ ਭੇਜ ਦਿੱਤਾ, ਪਰ ਉੱਥੇ ਵੀ ਇਹਨਾਂ ਦੀ ਜਿਹੜੀ ਮਾਮੀ ਸੀ ਉਹ ਘਰ ਦੇ ਸਾਰੇ ਕੰਮ ਕਰਵਾਉਂਦੀ ਸੀ। ਪਰ ਆਪ ਜੀ ਨੇ ਪੜ੍ਹਾਈ ਬੜੇ ਪੱਕੇ ਮਨ ਦੇ ਨਾਲ ਪੜ੍ਹਾਈ ਕੀਤੀ ਅਤੇ ਘਰ ਦੇ ਕੰਮ ਵੀ ਕਰਦੇ ਰਹਿੰਦੇ। ਇੱਕ ਰਾਤ ਪੂਰੀ ਰੈਪਿਡ ਰੀਡਰ ਨਾਂ ਦੀ ਕਿਤਾਬ ਨੂੰ ਕਾਪੀ ਵਿੱਚ ਲਿਖਿਆ ਤੇ ਅਧਿਆਪਕ ਨੇ ਇਹਨਾਂ ਨੂੰ ਕਿਹਾ ਕਿ ਮੈਨੂੰ ਤੁਹਾਡੇ 'ਤੇ ਬੜਾ ਮਾਣ ਹੈ। ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਵੀ ਦੇਸ਼ ਦੀ ਲੜਾਈ ਵਿੱਚ ਭਾਗ ਲਿੱਤਾ ਤੇ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਬਣੇ। ਆਪ ਇੱਕ ਸੱਚੇ, ਇਮਾਨਦਾਰ ਅਤੇ ਮਿਹਨਤ ਦੇ ਲਗਨ ਦੇ ਪੁਜਾਰੀ ਸਨ। ਇਹ ਸੀ ਬੱਚੋ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦਾ ਪਾਠ।